ਹੈਲੋ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਮੇਰੇ ਇਸ YouTube ਚੈਨਲ 'ਤੇ ਸਵਾਗਤ ਹੈ। ਆਪਾਂ ATT ਪੇਪਰ 2 ਜੋ 6635 ਵੈਕੈਂਸੀਆਂ ਆਈਆਂ ਹੋਈਆਂ ਨੇ ਉਸ ਦੇ ਸਿਲੇਬਸ ਦੇ ਅਕੋਰਡਿੰਗ ਮੈਥ ਦਾ ਟੌਪਿਕ ਕਰਾਂਗੇ, ਜਿਸ ਦਾ ਨਾਮ ਹੈ ਚਤੁਰਭੁਜ। ਠੀਕ ਹੈ, ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਤ੍ਰਿਭੁਜ ਜੋ ਚੈਪਟਰ ਸੀ ਉਹ ਕੰਪਲੀਟ ਕੀਤਾ ਸੀ 9th ਕਲਾਸ ਦਾ। ਸੋ ਇਸ ਚੈਪਟਰ ਨੂੰ ਬੇਸ ਬਣਾਇਆ ਗਿਆ 9th ਕਲਾਸ ਦੇ ਚੈਪਟਰ ਨੰਬਰ 8 ਨੂੰ। ਠੀਕ ਹੈ, 9th ਕਲਾਸ ਦਾ ਚੈਪਟਰ ਨੰਬਰ 8 ਜੋ ਹੈ ਉਸ ਨੂੰ ਆਪਾਂ ਡਿਸਕਸ ਕਰਾਂਗੇ, ਕਿਉਂਕਿ ETT ਪੇਪਰ ਦੇ ਸਿਲੇਬਸ ਦੇ ਵਿੱਚ ਮੈਥ ਦੇ ਜੋ ਸਿਲੇਬਸ ਦਿੱਤਾ ਹੋਇਆ ਹੈ ਉਹਦੇ ਵਿੱਚ ਚਤੁਰਭੁਜ ਜੋ ਹੈ ਟੌਪਿਕ ਇੰਪੋਰਟੈਂਟ ਹੈ। ਠੀਕ ਹੈ, ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ। ਅਗਰ ਤੁਸੀਂ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਨਾਲ ਹੀ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾਓ। ਠੀਕ ਹੈ, ਸੋ ਸਟਾਰਟ ਕਰਦੇ ਹਾਂ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਇੱਕ ਤ੍ਰਿਭੁਜ ਕੀ ਹੈ। ਇੱਕ ਤ੍ਰਿਭੁਜ ਕੀ ਹੈ? ਤ੍ਰਿਭੁਜ ਉਹ ਹੈ ਜੋ ਤਿੰਨ ਅਸਮਰੇਖੀ ਮਤਲਬ ਇੱਕੋ ਰੇਖਾ ਦੇ ਵਿੱਚ ਨਾ ਹੋਣ। ਤ੍ਰਿਭੁਜ ਉਹ ਹੈ ਜੋ ਤਿੰਨ ਅਸਮਰੇਖੀ ਬਿੰਦੂਆਂ ਦੇ ਜੋੜਨ ਨੂੰ ਇੱਕ ਆਕ੍ਰਿਤੀ ਪ੍ਰਾਪਤ ਹੁੰਦੀ ਹੈ, ਉਸ ਨੂੰ ਕੀ ਕਹਿੰਦੇ ਆ? ਤ੍ਰਿਭੁਜ। ਜੇਕਰ ਤਿੰਨ ਬਿੰਦੂ ਇਸ ਤਰ੍ਹਾਂ ਇੱਕ ਹੀ ਰੇਖਾ ਵਿੱਚ ਆਉਣਗੇ ਤਾਂ ਇੱਕ ਲਾਈਨ ਬਣ ਜਾਏਗੀ, ਰੇਖਾਖੰਡ ਬਣ ਜਾਏਗੀ। ਠੀਕ ਹੈ, ਲਾਈਨ ਸੈਗਮੈਂਟ ਬਣੇਗਾ। ਜੇਕਰ ਇਹ ਤਿੰਨੋਂ ਬਿੰਦੂ ਅਸਮਰੇਖੀ ਹੋਣ, ਮਤਲਬ ਇੱਕੋ ਰੇਖਾ ਵਿੱਚ ਨਾ ਹੋਣ, ਤਾਂ ਜਦੋਂ ਇਹਨਾਂ ਨੂੰ ਮਿਲਾਉਂਦੇ ਹਾਂ ਤਾਂ ਆਪਾਂ ਨੂੰ ਕੀ ਮਿਲਦੀ ਹੈ? ਇੱਕ ਟਰਾਇੰਗਲ ਮਿਲਦੀ ਹੈ। ਠੀਕ ਇਵੇਂ ਹੀ ਜਦੋਂ ਚਾਰ ਬਿੰਦੂ ਇੱਕ ਹੀ ਸਮਰੇਖਾ ਦੇ ਵਿੱਚ ਨਾ ਹੋਣ, ਮਤਲਬ ਅਸਮਰੇਖੀ ਹੋਣ, ਤਾਂ ਉਹ ਚਾਰ ਬਿੰਦੂਆਂ ਨੂੰ ਮਿਲਾਉਣ 'ਤੇ ਜੋ ਵੀ ਆਕ੍ਰਿਤੀ ਬਣੇਗੀ ਉਹ ਕੀ ਹੋਏਗੀ? ਚਤੁਰਭੁਜ ਹੋਏਗੀ। ਕੀ ਹੋਏਗੀ? ਚਤੁਰਭੁਜ ਹੋਏਗੀ। ਠੀਕ ਹੈ, ਇਸ ਤਰ੍ਹਾਂ ਕੀ ਕਹਿ ਸਕਦੇ ਹਾਂ? ਚਾਰ ਬਿੰਦੂਆਂ ਨੂੰ ਇੱਕ ਕਰਮ ਵਿੱਚ ਜੋੜਨ 'ਤੇ ਇੱਕ ਚਤੁਰਭੁਜ ਪ੍ਰਾਪਤ ਹੁੰਦਾ ਹੈ। ਠੀਕ ਹੈ, ਇੱਕ ਚਤੁਰਭੁਜ ਦੇ ਵਿੱਚ ਕੀ ਹੁੰਦਾ ਹੈ? ਜਿਵੇਂ ਆਪਾਂ ਟਰਾਇੰਗਲ ਦੇ ਵਿੱਚ ਦੇਖਿਆ ਸੀ, ਟਰਾਇੰਗਲ ਦੀਆਂ ਤਿੰਨ ਭੁਜਾਵਾਂ ਹੁੰਦੀਆਂ ਨੇ, ਤਿੰਨ ਕੋਣ ਹੁੰਦੇ ਆ, ਤਿੰਨ ਸਿਖਰ ਹੁੰਦੇ ਆ। ਠੀਕ ਹੈ, ਉਵੇਂ ਹੀ ਚਤੁਰਭੁਜ ਦੇ ਵਿੱਚ ਕੀ ਹੁੰਦਾ ਹੈ? ਮੰਨ ਲਓ ਇਹ ਚਤੁਰਭੁਜ ਹੈ ABC ਔਰ D। ਇਸ ਦੇ ਵਿੱਚ ਕੀ ਹੈ? ਚਾਰ ਭੁਜਾਵਾਂ ਨੇ, ਚਾਰ ਹੀ ਕੋਣ ਨੇ, ਚਾਰ ਹੀ ਸਿਖਰ ਨੇ। ਠੀਕ ਹੈ, ਚਾਰ ਹੀ ਇਸ ਦੇ ਸਿਖਰ ਨੇ। ਸੋ ਦੇਖਦੇ ਹਾਂ ਚਾਰ ਭੁਜਾਵਾਂ ਕਿਹੜੀਆਂ ਕਿਹੜੀਆਂ ਨੇ। ਪਹਿਲੀ ਭੁਜਾ ਹੈ A ਔਰ B, ਪਹਿਲੀ ਭੁਜਾ ਹੈ AB। दूसरी है BC, तीसरी है CD और चौथी है DA। चार भुजावां हो गई। हुण आपां देखते हैं एंगल किहड़े किहड़े चार आ। एंगल A, एंगल B, एंगल C और एंगल D। चार एंगल हो गए। हुण देखते हैं चार सिखर किहड़े किहड़े आ। चार सिखर किहड़े किहड़े ने? पहला शिखर है ए वाला, A पॉइंट। दूसरा है B और तीसरा है C, चौथा है D। सो चार शिखर ने, चार ही कोण ने, चार ही भुजावां ने। ठीक है, एक चतुर्भुज विच की हुंदा है कि चार भुजावां हुंदियां ने, चार एंगल हुंदे आ, चार ही शिखर हुंदे आ। ठीक है, इस तो इलावा एक चतुर्भुज दे डायगनल भी हुंदे आ। ठीक है, एक चतुर्भुज ਦੇ ਡਾਇਗਨਲ ਵੀ ਹੁੰਦੇ ਆ ਜਿਹਨੂੰ ਵਿਕਰਨ ਕਹਿੰਦੇ ਆ। ਫੋਰ ਐਗਜ਼ਾਮਪਲ ਇਹ ਇੱਕ ਚਤੁਰਭੁਜ ਹੈ ABC ਔਰ D। ਠੀਕ ਹੈ, ਆਪਾਂ ਕਿੱਥੋਂ ਡਾਇਗਨਲ ਖਿੱਚ ਸਕਦੇ ਹਾਂ? A ਤੋਂ C ਤੱਕ ਔਰ B ਤੋਂ D ਤੱਕ। ਇਹ ਕੀ ਹੈ? ਇੱਕ ਡਾਇਗਨਲ ਨੇ, ਦੋ ਵਿਕਰਨ ਨੇ। ਠੀਕ ਹੈ, ਸੋ ਚਤੁਰਭੁਜ ਦੇ ਦੋ ਵਿਕਰਨ ਹੁੰਦੇ ਆ। ਵੱਧ ਤੋਂ ਵੱਧ ਦੋ ਵਿਕਰਨ ਹੋ ਸਕਦੇ ਆ, ਅਦਰਵਾਈਜ਼ ਇੱਕ ਵੀ ਨਹੀਂ ਹੁੰਦਾ। ਉਹ ਦੇਖਾਂਗੇ ਕਿਹੜੀ ਇਹ 'ਚ ਇੱਕ ਵੀ ਨਹੀਂ ਹੁੰਦਾ। ਮੈਕਸੀਮਮ ਚਤੁਰਭੁਜ ਦੇ ਦੋ ਡਾਇਗਨਲ ਹੁੰਦੇ ਆ। ਠੀਕ ਹੈ, ਸੋ ਚਤੁਰਭੁਜ ਨੂੰ ਆਪਾਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ, ਜਿਵੇਂ ਆਪਣੇ ਰੂਮ ਦਾ ਜੋ ਫਲੋਰ ਹੈ। ਠੀਕ ਹੈ, ਇਸ ਤੋਂ ਇਲਾਵਾ ਦੀਵਾਰ ਹੈ, ਛੱਤ ਹੈ, ਖਿੜਕੀਆਂ ਨੇ। ਠੀਕ ਹੈ, ਜਿਵੇਂ ਆਪਾਂ ਕਲਾਸਰੂਮ ਦੇ ਵਿੱਚ ਦੇਖਦੇ ਹਾਂ ਡਸਟਰ ਹੈ। ਇਹ ਕੀ ਚੀਜ਼ਾਂ ਨੇ? ਇਹਨਾਂ ਦਾ ਉੱਪਰਲਾ ਹੀ ਤਹਿ ਕੀ ਬਣਾਉਂਦੀ ਹੈ? ਇੱਕ ਚਤੁਰਭੁਜ ਬਣਾਉਂਦੀ ਹੈ। ਸੋ ਇੱਕ ਆਇਤ ਵੀ ਕੀ ਹੈ? ਇੱਕ ਚਤੁਰਭੁਜ ਹੈ। एक आयत जो है वो चतुर्भुज है, लेकिन वो केड़ा चतुर्भुज है? समांतर चतुर्भुज है। समांतर चतुर्भुज है। ठीक है, समांतर चतुर्भुज के सारे गुण जो होंगे आ वो आयत लई भी सच होंगे आ। ठीक है,
एक आयत जो है वो समांतर चतुर्भुज है। आयत मतलब रिक्टेंगल, ठीक है। सो हुण आपां गल करदे हां चतुर्भुज दे कोणां दा जोड़। चतुर्भुज दे कोणां दा जोड़ किन्ना हुंदा है? चतुर्भुज दे आपां नूं पता है कि 4 कोण ने। चतुर्भुज दे 4 कोण ने, किहड़े-किहड़े? ए, बी, सी और डी। इन्हां दा कोणां दा जोड़ किन्ना होएगा? जो एंगल ए है प्लस एंगल बी है प्लस एंगल सी है और प्लस एंगल डी है। इन्हां तिन्नां कोणां दा इन्हां चारां कोणां दा जोड़ किन्ना होएगा? 360 डिग्री। और त्रिभुज दे तिन्नां कोणां दा जोड़ किन्ना हुंदा है? 180 डिग्री, ठीक है। त्रिभुज दे 3 कोणां दा जोड़ 180 डिग्री हुंदा है। चतुर्भुज दे 4 कोणां दा जोड़ 360 डिग्री हुंदा है, ठीक है। सो हुण आपां देखदे हां चतुर्भुज दीयां किस्मां, टाइप्स ऑफ चतुर्भुज। चतुर्भुज दीयां किहड़ियां-किहड़ियां किस्मां ने। एक चतुर्भुज ड्रॉ कर रहा मैं। इसका नाम है ए, बी, सी और डी। एक इस तरह का चतुर्भुज है। चतुर्भुज ए, बी, सी, डी दियां सन्मुख भुजावां दा एक जोड़ा समांतर हुंदा है। सन्मुख भुजावां दा एक जोड़ा की है? समांतर हुंदा है। हुण इहदे विच समांतर किहड़ा है? किहड़ा जोड़ा जो है वो समांतर है? इहदे विच डी, सी और ए बी की है? समांतर है। अदरवाइज जो आ वाली भुजा है ए डी और सी बी, इन्हां नूं जेकर आपां अगे इस तरह वधावांगे तो ये की है? एक बिंदु ते कट जाणगियां। ये की ने? समांतर नहीं गियां। सो एक जोड़ा की है? समांतर होवे। अजिही चतुर्भुज नूं की कहंदे आ? समलंब चतुर्भुज। अजिही चतुर्भुज नूं की कहंदे आ? समलंब चतुर्भुज। सो नोट करना होए तो कर लो, मैं रिपीट कर रहा। जदों एक चतुर्भुज ए, बी, सी, डी दियां सन्मुख भुजावां दा एक जोड़ा समांतर होवे, एक जोड़ा समांतर होवे, तां अजिही चतुर्भुज नूं की कहंदे आ? समलंब चतुर्भुज कहंदे आ, ठीक है। सो इस तो बाद देखते हैं समांतर चतुर्भुज किहड़ी हुंदी है। समांतर चतुर्भुज, समांतर चतुर्भुज किहड़ी हुंदी है? फॉर एग्जाम्पल जेकर ए एक चतुर्भुज है, इसका नाम है ए, बी, सी और डी। इसके दोवें जोड़े की ने? समांतर ने। दोवें जोड़े की ने? पैरलल ने। डी सी भी समांतर है ए बी दे, ठीक है। उवें ही डी ए समांतर है सी बी दे, या बी सी कह लो, जो भी कह लो, ठीक है। एक इस दे समांतर है, मतलब सामने वालियां भुजावां की होणगियां? एक दूजे दे समांतर होणगियां, ठीक है। इस तो इलावा एक आयत भी, एक रिक्टेंगल भी की है? समांतर चतुर्भुज है, क्योंकि इस दियां सामने वालियां भुजावां की ने? एक दूजे दे समांतर ने। आ वाली भुजा ए वाली भुजा दे समांतर है और आ वाली भुजा इस वाली भुजा दे समांतर है। इवें ही एक वर्ग भी, एक स्क्वेयर भी की है? समांतर चतुर्भुज है, क्योंकि उस दियां सामने वालियां भुजावां की ने? समांतर ने, ठीक है। सो ये समांतर चतुर्भुज दियां टाइप्स ने। इस तो इलावा सम चतुर्भुज किहड़ा हुंदा है? सम चतुर्भुज, नाम तो ही स्पष्ट हो रहा ना, सम मतलब सारियां भुजावां दा बराबर होना। सो सम चतुर्भुज वो हुंदा है जिस दियां सारियां भुजावां की होण? बराबर होण, ठीक है। जिस दियां सारियां भुजावां की होण? बराबर होण। फॉर एग्जाम्पल आ एक चतुर्भुज है, इसका नाम दे दो पी क्यू आर एस। इहदे विच किहड़ियां-किहड़ियां भुजावां की ने? ये सारियां भुजावां की ने? बराबर ने, ठीक है। सारियां भुजावां की ने? बराबर ने। ये 4 सेंटीमीटर है, ये भी 4 है, ये भी 4 है और ये भी की है? 4 है। मतलब जदों चतुर्भुज दियां चारे भुजावां बराबर होण तां उसनूं की कहंदे आ? सम चतुर्भुज कहंदे आ, ठीक है। सो वर्ग की वर्ग किस नूं कहंदे आ? स्क्वेयर। स्क्वेयर किस नूं कहंदे आ? एक समांतर चतुर्भुज है, आपां नूं पता है स्क्वेयर की है? एक समांतर चतुर्भुज है, मतलब जिस दियां आमने सामने वालियां भुजावां की ने? बराबर समांतर ने, ठीक है। इस दे विच की है? एक एंगल 90 डिग्री का है, ये मान लो 90 डिग्री का है। वैसे तो चारे एंगल ही 90 डिग्री के हुंदे आ वर्ग दे विच, लेकिन जो थ्योरम है, जो लिखिया होया उहदे विच की लिखिया होया? समांतर चतुर्भुज ए बी सी डी विच ए एंगल की है? 90 डिग्री है, तो सारियां भुजावां की ने? बराबर ने। उसनूं की कहंदे आ? वर्ग कहंदे आ, ठीक है। वैसे तो वर्ग दे विच चारे एंगल जो है 90 डिग्री के हुंदे आ,
लेकिन तुसी नोट किवें करना है, समांतर चतुर्भुज ए बी सी डी जिसका एंगल ए जो है वो 90 डिग्री है तो सारियां भुजावां की ने बराबर ने, सारियां भुजावां की ने बराबर ने, तो वो की है एक वर्ग है। ठीक है, वो की है एक वर्ग है। सो हुण आपां कुछ बेसिक चीज़ां ने वो नोट कर लेना। वर्ग आयत अते सम चतुर्भुज, वर्ग आयत अते सम चतुर्भुज विच हरेक एक समांतर चतुर्भुज है, चाहे वो वर्ग होवे मतलब चाहे वो स्केयर होवे, चाहे वो रिक्टेंगल होवे, चाहे वो सम चतुर्भुज होवे मतलब जिस दियां चारे भुजावां की होण बराबर होण। ठीक है, चारे भुजावां की होण बराबर होण तो वो की है एक समांतर चतुर्भुज है। ठीक है, समांतर चतुर्भुज मतलब जिस दियां आमने सामने वालियां भुजावां की होणगियां समांतर होणगियां, पैरलल होणगियां। ठीक है, हुण गल करदे हां एक वर्ग दी, वर्ग मतलब स्केयर दी। स्केयर भी एक आयत है, एक वर्ग की है एक आयत है, ये नोट कर लेना, कथन विच पुछ सकदा। एक वर्ग जो है वो एक आयत है तो नाल ही एक सम चतुर्भुज भी है। एक स्केयर एक आयत भी है और एक सम चतुर्भुज भी है। ठीक है, सो इस तो बाद एक समांतर चतुर्भुज, एक समांतर चतुर्भुज की है एक समलंब चतुर्भुज भी है। एक समांतर चतुर्भुज एक समलंब चतुर्भुज है। समांतर चतुर्भुज केड़ा हुंदा है? आ समांतर चतुर्भुज है। ठीक है, ये की है एक समांतर चतुर्भुज है, ये समलंब चतुर्भुज भी है। ठीक है, समलंब चतुर्भुज पर समांतर चतुर्भुज नहीं है। समलंब चतुर्भुज जो हुंदा है वो मैं ड्रॉ करके दिखाया सी, इस दियां चारे भुजावां जो ने उन्हां विचों सामने वालियां भुजावां दा एक जोड़ा ही पैरलल हुंदा है। किहड़ा है इहदे विच पैरलल? आ वाला पैरलल नहीं है। ठीक है, ये वाला की है पैरलल नहीं है। लेकिन समांतर चतुर्भुज दे विच की हुंदा है कि सारे जो सामने वालियां भुजावां हुंदियां ने वो की हुंदियां ने पैरलल हुंदियां ने। इसलिए जो समलंब चतुर्भुज है, जो ए वाला चतुर्भुज है, ये समांतर नहीं हुंदा। लेकिन ए वाला जो समांतर चतुर्भुज है वो समलंब चतुर्भुज हो सकता है। ठीक है, सो ये नोट कर लेना, इंपॉर्टेंट चीज़ां ने। एक आयत ਜਾਂ एक सम चतुर्भुज एक वर्ग नहीं है। ਆਪਾਂ ਇਹ देखिया कि जो एक स्केयर है वो की हो सकता है, एक आयत हो सकता है, एक समांतर चतुर्भुज भी हो सकता है जिस दियां चारे भुजावां बराबर होणगियां। लेकिन जो एक रिक्टेंगल है, एक रिक्टेंगल जिस दी लंबाई और चौड़ाई की है अलग अलग हुंदी है, वो की है एक सम चतुर्भुज वर्ग नहीं है। सम चतुर्भुज वर्ग दियां तो सारियां भुजावां की होणगियां बराबर होणगियां, इसलिए की है एक आयत की है सम चतुर्भुज नहीं है। ठीक है, फॉर एग्जाम्पल जेकर इस दियां भुजावां जो है 4 4 4 ने तो इसकी जो चौड़ाई है वो 3 है और इसकी चौड़ाई लंबाई की है 5 है। सो ये की है एक सम चतुर्भुज वर्ग नहीं है। हुण गल करते हैं आपां समांतर चतुर्भुज दे गुण दियां। समांतर चतुर्भुज दे गुण। बेसिकली ये चैप्टर जो है वो समांतर चतुर्भुज के बारे ही हुण जो है चलेगा। समांतर चतुर्भुज के गुण की ने, उस नूं लैके की थ्योरमां ने। सो अगर तुसी अजे तक भी चैनल नूं सबसक्राइब नहीं किया तो चैनल नूं जरूर सबसक्राइब करो और नाल दिते हुए बैल आइकन के बटन नूं जरूर दबा लेना ताकि मेरी हर वीडियो का नोटिफिकेशन तुहाडे तक पहुँचे और तुसी उस वीडियो नूं देख सको। ठीक है, सो समांतर चतुर्भुज के गुण किहड़े-किहड़े आ? सब तो पहला गुण की है, नोट करते जाना तुसी, थ्योरमां ही ने इस चैप्टर दे विच भी जो तुहानूं की है कथन दे विच पुछियां जा सकदियां ने। बेसिकली जो प्रैक्टिकली क्वेश्चन होणगे वो नैक्सट वीडियो दे विच होणगे, क्योंकि ये दो चैप्टर जो ट्रायंगल सी और चतुर्भुज सी ये की आ थ्योरमां नूं लैके ही आ। ठीक है, सो थ्योरमां जो है इंपोर्टेंट ने। कथन की होया वो अगे तुहाडे काम आउणगे अगले चैप्टरां दे विच। ठीक है, अगले चैप्टर जो पार्ट 2 करांगे ट्रायंगल का और चतुर्भुज का पार्ट 2 करांगे। इस तो इलावा चतुर्भुज ਅਤੇ ट्रायंगल का खेत्रफल करांगे तो उन्हां दे विच ਇਹ ਕੀ ਆ थ्योरमां ਤੁਹਾਡੇ ਕੰਮ ਆਉਣਗੀਆਂ। सो इस थ्योरमां ਨੂੰ ਤੁਸੀਂ नोट करते जाना है। पहली है समांतर चतुर्भुज का एक विकर्ण उसनूं दो सरबंग सम त्रिभुजां विच वंडदा है। नोट कर लो, समांतर चतुर्भुज का एक विकर्ण उसनूं दो सरबंग सम त्रिभुजां विच वंडदा है। ये पहली थ्योरम है। इसनूं मैं ड्रॉ करके दिखा देना कि किवें एक समांतर चतुर्भुज है जिस दियां
ਆਮਣੇ ਵਾਲੇ ਸਾਹਮਣੇ ਵਾਲੀਆਂ ਭੁਜਾਵਾਂ ਕੀ ਨੇ, ਸਮਾਂਤਰ ਨੇ। ਠੀਕ ਹੈ, ਇਸ ਦਾ ਨਾਮ ਹੈ A B C ਔਰ D। ਕੀ ਥਿਊਰਮ ਦੇ ਵਿੱਚ ਕਿਹਾ ਗਿਆ ਹੈ, ਇੱਕ ਸਮਾਂਤਰ ਚਤੁਰਭੁਜ ਹੈ, ਇਸ ਦਾ ਇੱਕ ਵਿਕਰਨ ਹੈ। ਇੱਕ ਵਿਕਰਨ ਕੋਈ ਵੀ ਖਿੱਚ ਲਓ ਤੁਸੀਂ, ਚਾਹੇ ਤਾਂ D ਵੀ ਖਿੱਚ ਸਕਦੇ ਹੋ, ਚਾਹੇ ਇਹ ਵਾਲਾ ਵੀ ਖਿੱਚ ਸਕਦੇ ਹੋ। ਠੀਕ ਹੈ, A ਤੋਂ ਲੈ ਕੇ C ਤੱਕ। ਠੀਕ ਹੈ, ਸੋ ਕੋਈ ਵੀ ਲੈ ਲਓ, ਚਾਹੇ AC ਲੈ ਲਓ, ਚਾਹੇ DB ਲੈ ਲਓ, ਕਿਉਂਕਿ ਉਹਨੇ ਕੀ ਕਿਹਾ, ਇੱਕ ਵਿਕਰਨ ਉਸ ਨੂੰ ਦੋ ਸਰਬੰਗ ਸਮ ਤ੍ਰਿਭੁਜਾਂ ਵਿੱਚ ਵੰਡਦਾ ਹੈ। ਸੋ ਆਪਾਂ ਨੂੰ ਪਤਾ ਹੈ ਸਰਬੰਗ ਸਮ ਤ੍ਰਿਭੁਜ ਕਿਹੜੀ ਹੁੰਦੀ ਹੈ, ਜਿਸ ਦੇ ਸਾਰੇ ਅੰਗ ਕੀ ਹੋਣ, ਸਮਾਨ ਹੋਣ। ਠੀਕ ਹੈ, ਸੋ ਇਹ ਕੀ ਆ, ਦੋ ਤ੍ਰਿਭੁਜਾਂ ਦੇ ਵਿੱਚ ਵੰਡ ਰਿਹਾ ਨਾ। DB ਕਿਵੇਂ ਵੰਡ ਰਿਹਾ ਦੋ ਤ੍ਰਿਭੁਜਾਂ ਦੇ ਵਿੱਚ, ਵੇਖ ਲੈਂਦੇ ਹਾਂ ਆਪਾਂ। ਪਹਿਲੀ ਤ੍ਰਿਭੁਜ ਇਹ ਬਣ ਰਹੀ ਹੈ। ਠੀਕ ਹੈ, ਕਿਹੜੀ ਬਣ ਰਹੀ ਹੈ, ट्रायंगल ADB। और दूसरी ट्रायंगल केड़ी बन रही है, DCB। ये वाली दूसरी ट्रायंगल की बन रही है, DCB। सो उन्हें की क्या है कि समांतर चतुर्भुज है। अगर समांतर चतुर्भुज है तो आमने सामने वाली भुजावां की ने, पैरल ने। सो जदों उन्हां दे विच डायगनल खिंचता, जदों मतलब उन्हां नूं विचकारों कटता, तां ए वाला एरिया और ए वाला एरिया की होणगे, बराबर होणगे, मतलब एक दूजे के सरबंग सम होणगे। ओके, सो ये है पहली थ्योरम। दूसरी थ्योरम नूं नोट करो, समांतर चतुर्भुज का विकर्ण उस नूं दो सरबंग सम त्रिभुजां विच वंडदा है। समांतर चतुर्भुज का विकर्ण उस नूं दो सरबंग सम त्रिभुजां विच वंडदा है। ये आपां पहली थ्योरम दे विच पढ़ लिया सी। इहदे विच की है कि जो उसदियां भुजावां होणगियां वो की होणगियां, बराबर होणगियां। नाल ये ऐड करना है बस सिर्फ। किवें है, ड्रॉ कर लैंदे आ फिर तो। एक समांतर चतुर्भुज है, A B C और D। ठीक है, इहदा एक डायगनल खिंचिया सी आपां, DB। ठीक है, DB की खिंचिया सी, एक डायगनल खिंचिया सी। ये डायगनल की करता है कि इसनूं दो सरबंग सम त्रिभुजां विच वंडदा है, जिस दे सारे अंग की आ, समान होणगे। सो इहदे नाल ही एक चीज़ होर करदा है, जो AB है, जो एक मिनट डायगनल आपां दूसरा लै के देखते हैं। A B C और D, ये एक डायगनल है, चाहे ये लै लो चाहे वो लै लो। सो ये की करता है कि बराबर भुजावां दे विच वंडदा है। ठीक है, A B C और D, इहदे विच किहड़ियां किहड़ियां भुजावां बराबर ने। पहली भुजा देखते हैं, A B, आ वाली ट्रायंगल नूं लैके चल रहे हैं। ठीक है, ट्रायंगल A B C, इहदे विच पहली भुजा जो A B है, दूसरी ट्रायंगल केड़ी है, ADC। ADC, इहदे विच केड़ी भुजा है, DC। DC, ये वाली एक इस दे बराबर होएगी, इस दे इक्वल होएगी। इदां ही जो AD है, ये वाली भुजा है जो, वो किस दे बराबर होएगी, BC दे। किस दे बराबर होएगी, BC दे। AD जो है वो किस दे बराबर होएगी, BC दे, क्योंकि ये दोवें की ने, पैरलल भी ने। ठीक है, सो तुसी देख रहे हो कि DC जो है और AB है, एक दूजे दे पैरलल ने। सो एक दूजे दे बराबर ने, इन्हां नूं आपां बराबर रख लिया। इस तो इलावा जो AD है, ये वाली रेखा और ये वाली रेखा BC, ये भी एक दूजे दे पैरलल ने। सो आपां इन्हां नूं की कहने आ कि ये एक दूजे दे बराबर होणगियां। ठीक है, जे एक चतुर्भुज एक समांतर चतुर्भुज है तो उसदियां सन्मुख भुजावां दा हरेक जोड़ा बराबर होएगा। सन्मुख भुजावां मतलब आमने सामने वालियां भुजावां। ठीक है, इवें ही जो मैं तुहानूं पहलां ड्रॉ करके दिखाया सी, ये वाला डायगनल लै लैंदे आ। पहलां आपां ये वाले डायगनल नाल लैके कीता सी। सो इस दे विच किहड़ियां किहड़ियां ट्रायंगल बन रही ने, ट्रायंगल ए वाली
ट्रैंगल ए डी बी और दूसरी ट्रैंगल केड़ी बन रही है ये वाली ट्रैंगल डी सी बी। इहदे विच सामने वालियां भुजावां केड़ियां ने डी सी इज इक्वल टू ए बी। डी सी दे सामने वाली भुजा केड़ी है ए बी। इवें ही ए डी इक्वल है ये वाली सी बी दे क्योंकि ये सन्मुख भुजावां ने। सो तुसी नोट कर लो जे एक चतुर्भुज एक समांतर चतुर्भुज है समांतर मतलब आमने सामने वालियां भुजावां की ने समांतर ने तां उस दियां सन्मुख भुजावां दा हरेक जोड़ा की होएगा बराबर होएगा हरेक जोड़ा बराबर होएगा। ये है दूसरी थ्योरम। तीसरी थ्योरम की गल करते हैं। तीसरी थ्योरम की है जे एक चतुर्भुज नोट करते जाना जे एक चतुर्भुज दियां सन्मुख भुजावां दा हरेक जोड़ा बराबर होवे तां ਉਹ एक समांतर चतुर्भुज है ਤਾਂ ਉਹ एक समांतर चतुर्भुज है। जो थ्योरम 2 ਦੇ ਵਿੱਚ ਲਿਖਿਆ ਸੀ ਬਿਲਕੁਲ ਉਸ ਨੂੰ ਥੋੜਾ ਜਿਹਾ ਉਲਟਾ ਕਰਕੇ ਲਿਖਿਆ। ਥਿਊਰਮ 2 ਦੇ ਵਿੱਚ ਆਪਾਂ ਕੀ ਲਿਖਿਆ ਇੱਕ ਚਤੁਰਭੁਜ ਸਮਾਂਤਰ ਚਤੁਰਭੁਜ ਹੈ ਤਾਂ ਉਸ ਦੀਆਂ ਕੀ ਨੇ ਸਾਹਮਣੇ ਵਾਲੀਆਂ ਭੁਜਾਵਾਂ ਕੀ ਹੋਣਗੀਆਂ ਇਹ ਕੀ ਹੋਣਗੀਆਂ ਸਨਮੁਖ ਭੁਜਾਵਾਂ ਕੀ ਹੋਣਗੀਆਂ ਦਾ ਜੋੜਾ ਕੀ ਹੋਏਗਾ ਬਰਾਬਰ ਹੋਏਗਾ। ਤੀਸਰੀ ਥਿਊਰਮ ਦੇ ਵਿੱਚ ਕੀ ਕਹਿ ਰਿਹਾ ਜੇ ਇੱਕ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਜੇ ਇੱਕ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਕੀ ਨੇ ਸਨਮੁਖ ਭੁਜਾਵਾਂ ਦਾ ਹਰੇਕ ਜੋੜਾ ਕੀ ਹੈ ਬਰਾਬਰ ਹੈ ਤਾਂ ਉਹ ਇੱਕ ਸਮਾਂਤਰ ਚਤੁਰਭੁਜ ਹੋਏਗਾ। ਸੋ ਇਹ ਆਪਾਂ ਸੈਕਿੰਡ ਥਿਊਰਮ ਦੇ ਵਿੱਚ ਵੀ ਵੇਖ ਲਿਆ ਸੀ ਤਾਂ ਥਰਡ ਥਿਊਰਮ ਦੇ ਵਿੱਚ ਵੀ ਆਪਾਂ ਇਹੀ ਵੇਖ ਲਿਆ। ਹੁਣ ਫੋਰਥ ਥਿਊਰਮ ਦੀ ਗੱਲ ਕਰਦੇ ਹਾਂ। ਫੋਰਥ ਥਿਊਰਮ ਕੀ ਹੈ ਜੇ ਇੱਕ ਚਤੁਰਭੁਜ ਦੇ ਸਨਮੁਖ ਕੋਣਾਂ ਦਾ ਹਰੇਕ ਜੋੜਾ ਬਰਾਬਰ ਹੋਵੇ ਜੇ ਇੱਕ ਚਤੁਰਭੁਜ ਦੇ ਸਨਮੁਖ ਕੋਣਾਂ ਦਾ ਹਰੇਕ ਜੋੜਾ ਬਰਾਬਰ ਹੋਵੇ ਤਾਂ ਉਹ ਇੱਕ ਸਮਾਂਤਰ ਚਤੁਰਭੁਜ ਹੈ ਤਾਂ ਉਹ ਇੱਕ ਸਮਾਂਤਰ ਚਤੁਰਭੁਜ ਹੈ। ਇਹ ਕਥਨ ਦੇ ਵਿੱਚ ਪੁੱਛਿਆ ਗਿਆ ਸੀ ਪੇਪਰਾਂ ਦੇ ਵਿੱਚ ਕਿ ਇਹ ਦੱਸੋ ਕਿ ਇਹ ਕਥਨ ਸੱਚ ਹੈ ਜਾਂ ਨਹੀਂ। ਸੋ ਥਿਊਰਮਾਂ ਨੂੰ ਹੀ ਬੇਸਿਕਲੀ ਉਹਨਾਂ ਦੇ ਵਿੱਚ ਕੁਐਸਚਨਾਂ ਦੇ ਵਿੱਚ ਲਿਖਿਆ ਹੋਇਆ ਸੀ ਠੀਕ ਹੈ। ਸੋ ਇਹਦੇ ਵਿੱਚ ਕੀ ਹੈ ਇਸ ਥਿਊਰਮ ਦੇ ਵਿੱਚ ਡਰੋ ਕਰਕੇ ਦਿਖਾ ਦਿੰਦਾ ਮੈਂ ਤੁਹਾਨੂੰ। ਜੇ ਇੱਕ ਚਤੁਰਭੁਜ ਦੇ ਸਨਮੁਖ ਕੋਣਾਂ ਦਾ ਹਰੇਕ ਜੋੜਾ ਬਰਾਬਰ ਹੈ ਇੱਕ ਚਤੁਰਭੁਜ ਲੈ ਲੈਂਦੇ ਹਾਂ ਠੀਕ ਹੈ। ਸਨਮੁਖ ਕੋਣ ਕਿਵੇਂ ਬਣਨਗੇ ਜਦੋਂ ਆਪਾਂ ਡਾਇਗਨਲ ਖਿੱਚਾਂਗੇ ਡਾਇਗਨਲ ਕਿੰਨੇ ਖਿੱਚ ਸਕਦੇ ਹਾਂ ਚਤੁਰਭੁਜ ਵਿੱਚ ਦੋ ਇਹ ਏ ਹੈ ਇਹ ਬੀ ਹੈ ਸੀ ਹੈ ਔਰ ਡੀ ਹੈ ਠੀਕ ਹੈ। ਇਹ ਪੁਆਇੰਟ O ਤੇ ਕੱਟ ਰਹੇ ਆ ਠੀਕ ਹੈ। ਜੇਕਰ ਇਹ ਐਂਗਲ ਜੋ D ਹੈ ਇਹ B ਦੇ ਇਕੁਅਲ ਹੈ ਠੀਕ ਹੈ। ਮਤਲਬ ਉਹਨੇ ਕੀ ਕਿਹਾ ਜੇ ਇੱਕ ਚਤੁਰਭੁਜ ਦੇ ਸਨਮੁਖ ਕੋਣ ਹੁਣ B ਦੇ ਸਨਮੁਖ ਕੋਣ ਕਿਹੜਾ ਹੈ B ਦੇ ਸਨਮੁਖ ਕੋਣ D ਹੈ ਔਰ A ਦੇ ਸਨਮੁਖ ਕੋਣ ਕਿਹੜਾ ਹੈ C ਹੈ ਠੀਕ ਹੈ। ਸਨਮੁਖ ਕੋਣਾਂ ਦਾ ਹਰੇਕ ਜੋੜਾ ਕੀ ਹੈ ਬਰਾਬਰ ਹੋਵੇ। ਹੁਣ D ਕਿੰਦੇ ਬਰਾਬਰ ਹੈ D ਬਰਾਬਰ ਹੈ B ਦੇ। ਇੱਦਾਂ ਹੀ ਜੋ A ਹੈ ਉਹ ਕਿੰਦੇ ਬਰਾਬਰ ਹੋਏਗਾ C ਦੇ ਠੀਕ ਹੈ। A ਕਿੰਦੇ ਬਰਾਬਰ ਹੋਏਗਾ C ਦੇ। ਸੋ ਸਨਮੁਖ ਕੋਣਾਂ ਦਾ ਬਰਾਬਰ ਜੋੜਾ ਹੋਵੇ ਤਾਂ ਉਹ ਕੀ ਹੈ ਇੱਕ ਸਮਾਂਤਰ ਚਤੁਰਭੁਜ ਹੈ ਉਹ ਇੱਕ ਸਮਾਂਤਰ ਚਤੁਰਭੁਜ ਹੈ। ਇਹ ਥਿਊਰਮ ਹੈ ਚੌਥੀ ਠੀਕ ਹੈ। ਪੰਜਵੀਂ ਥਿਊਰਮ ਨੂੰ ਨੋਟ ਕਰ ਲਓ। ਪੰਜਵੀਂ ਥਿਊਰਮ ਕੀ ਹੈ ਸਮਾਂਤਰ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਆਪਸ ਵਿੱਚ ਸਮਦੁਭਾਜਿਤ ਕਰਦੇ ਹਨ। ਮੈਂ ਫਿਰ ਤੋਂ ਰਿਪੀਟ ਕਰ ਰਿਹਾ ਨੋਟ ਕਰ ਲਓ ਸਿਰਫ ਇੱਕ ਇੱਕ ਲਾਈਨ ਦੀ ਥਿਊਰਮ ਹੈ ਉਸ ਨੂੰ ਤੁਸੀਂ ਨੋਟ ਕਰਨਾ ਹੈ। ਸਮਾਂਤਰ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਆਪਸ ਵਿੱਚ ਸਮਦੁਭਾਜਿਤ ਕਰਦੇ ਹਨ। ਕਿਵੇਂ ਸਮਦੁਭਾਜਿਤ ਕਰਦੇ ਆ ਆਪਾਂ ਨੂੰ ਪਤਾ ਹੈ ਸਮਾਂਤਰ ਚਤੁਰਭੁਜ ਹੈ ਤਾਂ ਮਤਲਬ ਆਮਨੇ ਸਾਹਮਣੇ ਵਾਲੀਆਂ ਭੁਜਾਵਾਂ ਕੀ ਹੋਣਗੀਆਂ ਸਮਾਂਤਰ ਹੋਣਗੀਆਂ ਪੈਰਲਲ ਹੋਣਗੀਆਂ ਔਰ ਵਿਕਰਨ ਕਿੰਨੇ ਹੋਣਗੇ ਦੋ ਕਿਉਂਕਿ ਗੱਲ ਕਰ ਰਿਹਾ ਵਿਕਰਨ ਕੀ ਹੈ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਆ ਮਤਲਬ ਇੱਕ ਦੂਜੇ ਨੂੰ ਹਾਫ 'ਤੇ ਕੱਟਦੇ ਆ। ਸਮਦੁਭਾਜਿਤ ਮਤਲਬ ਦੋ ਬਰਾਬਰ ਭਾਗਾਂ ਦੇ ਵਿੱਚ ਵੰਡਦੇ ਆ ਠੀਕ ਹੈ। A B C ਔਰ D ਉਹ ਤੇ ਕੱਟ ਰਹੇ ਆ ਨਾ ਠੀਕ ਹੈ। ਮੰਨ ਲਓ D ਤੋਂ ਲੈ ਕੇ B ਤੱਕ ਜੋ ਲੈਂਥ ਹੈ ਇਹ ਕਿੰਨੀ ਹੈ 5 ਹੈ 5 ਸੈਂਟੀਮੀਟਰ ਹੈ। ਇੱਦਾਂ ਹੀ A ਤੋਂ ਲੈ ਕੇ C ਤੱਕ ਕਿੰਨੀ ਹੈ ਲੈਂਥ 5 ਸੈਂਟੀਮੀਟਰ ਹੈ। ਉਹ ਤੇ ਕੱਟ ਰਹੇ ਆ ਮਤਲਬ ਇੱਕ ਦੂਜੇ ਨੂੰ ਕੀ ਕਰ ਰਿਹਾ ਸਮਦੁਭਾਜਿਤ ਕਰ ਰਿਹਾ। ਸਮਦੁਭਾਜਿਤ ਕਰਦੇ ਆ ਤਾਂ AO ਦੀ ਲੰਬਾਈ ਕਿੰਨੀ ਹੋਏਗੀ AO ਦੀ ਲੰਬਾਈ ਕਿੰਨੀ ਹੋਏਗੀ 5 ਦਾ ਹਾਫ 5 ਨੂੰ 2 ਨਾਲ ਭਾਗ ਕਰਾਂਗੇ ਤਾਂ 2.5 ਸੈਂਟੀਮੀਟਰ। ਇੱਦਾਂ ਹੀ OC ਦੀ ਲੰਬਾਈ ਕਿੰਨੀ ਹੋਏਗੀ 2.5 ਸੈਂਟੀਮੀਟਰ। ਇੱਦਾਂ ਹੀ
डी ਉਹਦੀ ਲੰਬਾਈ ਕਿੰਨੀ ਹੋਏਗੀ, ਸਮਦੁਭਾਜਿਤ ਕਰ ਰਹੇ ਆ ਤਾਂ 2.5 ਸੈਂਟੀਮੀਟਰ। ਇਵੇਂ ਹੀ ਇਹਦੀ ਵੀ ਓ ਬੀ ਦੀ ਵੀ 2.5 ਸੈਂਟੀਮੀਟਰ। ਇਹਨੂੰ ਕਹਿੰਦੇ ਆ ਸਮਦੁਭਾਜਿਤ ਕਰਨਾ। ਠੀਕ ਹੈ। ਛੇਵੀਂ ਥਿਊਰਮ ਹੈ, ਨੋਟ ਕਰ ਲਓ। ਜੇ ਇੱਕ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਸਮਦੁਭਾਜਿਤ ਕਰਨ ਤਾਂ ਉਹ ਇੱਕ ਸਮਾਂਤਰ ਚਤੁਰਭੁਜ ਹੈ। ਇਹ ਜੋ ਪਹਿਲਾਂ ਵਾਲੀ 5 ਨੰਬਰ ਵਾਲੀ ਥਿਊਰਮ ਆਪਾਂ ਪੜ੍ਹੀ ਹੈ, ਸਮਾਂਤਰ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਆ, ਮਤਲਬ ਸਮਾਂਤਰ ਚਤੁਰਭੁਜ ਹੈ ਉਸ ਦੇ ਵਿਕਰਨ ਨੇ ਉਹ ਕੀ ਕਰ ਰਹੇ ਆ, ਇੱਕ ਦੂਜੇ ਨੂੰ ਸਮਦੁਭਾਜਿਤ ਕਰ ਰਹੇ ਆ, ਮਤਲਬ ਦੋ ਬਰਾਬਰ ਭਾਗਾਂ ਵਿੱਚ ਵੰਡ ਰਹੇ ਆ। ਛੇਵੀਂ ਥਿਊਰਮ ਕੀ ਕਹਿ ਰਿਹਾ, ਜੇ ਇੱਕ ਚਤੁਰਭੁਜ ਦੇ ਵਿਕਰਨ ਦੋ ਨੇ ਔਰ ਉਹ ਦੋਵੇਂ ਕੀ ਆ, ਇੱਕ ਦੂਜੇ ਨੂੰ ਸਮਦੁਭਾਜਿਤ ਕਰ ਰਹੇ ਆ ਤਾਂ ਉਹ ਸਮਾਂਤਰ ਚਤੁਰਭੁਜ ਹੈ। ਠੀਕ। ਪੰਜਵੀਂ ਜੋ ਥਿਊਰਮ ਹੈ ਉਸ ਨੂੰ ਹੀ ਲੈ ਕੇ ਛੇਵੀਂ ਥਿਊਰਮ ਕੀ ਹੈ, ਬਣੀ ਹੋਈ ਹੈ। ਠੀਕ ਹੈ। ਕਿਵੇਂ ਹੈ, ਡਰੋ ਕਰਕੇ ਦਿਖਾ ਦਿੰਦਾ। ਛੇਵੀਂ ਥਿਊਰਮ ਦੇ ਵਿੱਚ ਇੱਕ ਚਤੁਰਭੁਜ ਹੈ, ਉਹਨੇ ਕੀ ਕਿਹਾ ਕਿ ਇੱਕ ਚਤੁਰਭੁਜ ਦੇ ਵਿਕਰਨ ਦੋ ਨੇ। ਉਹਨੇ ਇੱਕ ਵਿਕਰਨ ਦੀ ਗੱਲ ਨਹੀਂ ਕੀਤੀ। ਜੇ ਇੱਕ ਚਤੁਰਭੁਜ ਦੇ ਵਿਕਰਨ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਆ, ਸਮਦੁਭਾਜਿਤ ਉਹ ਤੇ ਕਰ ਰਹੇ ਆ, ਤਾਂ ਉਹ ਇੱਕ ਸਮਾਂਤਰ ਚਤੁਰਭੁਜ ਹੈ। ਤਾਂ ਉਹ ਕੀ ਹੈ, ਇੱਕ ਸਮਾਂਤਰ ਚਤੁਰਭੁਜ ਹੈ। ਇਹ ਇੱਕ ਚਤੁਰਭੁਜ ਹੈ, ਇਹ ਉਹਦੇ ਵਿਕਰਨ ਨੇ। ਠੀਕ ਹੈ। ਉਹ ਤੇ ਕੱਟ ਰਹੇ ਆ ਤਾਂ ਇੱਕ ਦੂਜੇ ਨੂੰ ਕੀ ਕਰ ਰਿਹਾ, ਸਮਦੁਭਾਜਿਤ ਕਰ ਰਹੇ ਆ। ਇਹ ਵਾਲਾ ਇਸ ਨੂੰ ਸਮਦੁਭਾਜਿਤ ਕਰ ਰਿਹਾ, ਮਤਲਬ ਇੱਕ ਦੂਜੇ ਦੇ ਬਰਾਬਰ ਹੈ, ਔਰ ਇਹ ਵਾਲਾ ਇਸ ਦੇ ਬਰਾਬਰ ਹੈ। ਠੀਕ ਹੈ। ਸੋ ਇਹ ਕੀ ਬਣਾ ਰਿਹਾ, ਇੱਕ ਸਮਾਂਤਰ ਚਤੁਰਭੁਜ ਬਣਾ ਰਹੇ ਆ। ਓਕੇ। ਸੋ ਇੱਕ ਆਇਤ ਜੋ ਹੈ ਉਹ ਸਮਾਂਤਰ ਚਤੁਰਭੁਜ ਹੁੰਦੀ ਹੈ ਜਿਸ ਦਾ ਇੱਕ ਕੋਣ ਸਮਕੋਣ ਹੋਵੇ। ਇੱਕ ਆਇਤ, ਇੱਕ ਰੈਕਟੈਂਗਲ, ਜਿਵੇਂ ਆਪਾਂ ਦੇਖਿਆ ਸੀ ਨਾ ਵਰਗ ਦੇ ਵਿੱਚ, ਇੱਕ ਵਰਗ ਜੋ ਮੰਨ ਲਓ ABCD ਜੋ ਵੀ ਹੈ, ਜੋ ਵੀ ਨਾਂ ਦੇਣਾ ਚਾਹੋ, PQRS ਵੀ ਦੇ ਸਕਦੇ ਹੋ। ਉਹ ਕੀ ਹੈ, ਜਿਸ ਦਾ ਇੱਕ 90 ਡਿਗਰੀ ਦਾ ਕੋਣ ਹੋਵੇ ਤੇ ਚਾਰੇ ਭੁਜਾਵਾਂ ਬਰਾਬਰ ਹੋਣ, ਉਸ ਨੂੰ ਕੀ ਕਹਿੰਦੇ ਆ, ਵਰਗ ਕਹਿੰਦੇ ਆ। ਲੇਕਿਨ ਆਇਤ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਆਇਤ ਉਹ ਸਮਾਂਤਰ ਚਤੁਰਭੁਜ ਹੈ ਜਿਸ ਦਾ ਇੱਕ ਕੋਣ 90 ਡਿਗਰੀ ਹੋਵੇ, ਉਸ ਨੂੰ ਕੀ ਕਹਿੰਦੇ ਆ, ਆਇਤ ਕਹਿੰਦੇ ਆ। ਵੈਸੇ ਆਇਤ ਦੇ ਸਾਰੇ ਕੋਣ ਹੀ 90 ਡਿਗਰੀ ਦੇ ਹੁੰਦੇ ਆ, ਲੇਕਿਨ ਥਿਊਰਮ ਦੇ ਵਿੱਚ ਕਿਸ ਤਰ੍ਹਾਂ ਲਿਖਿਆ ਹੋਇਆ, ਇੱਕ ਆਇਤ ਉਹ ਸਮਾਂਤਰ ਚਤੁਰਭੁਜ ਹੁੰਦੀ ਹੈ ਜਿਸ ਦਾ ਇੱਕ ਕੋਣ 90 ਡਿਗਰੀ ਹੋਵੇ। ਲੇਕਿਨ ਵਰਗ ਦੇ ਵਿੱਚ ਉਹਨਾਂ ਨੇ ਕੀ ਕਿਹਾ ਸੀ, ਅਗਰ ਤੁਹਾਨੂੰ ਯਾਦ ਹੋਏ ਤਾਂ ਲਿਖਿਆ ਹੋਏ, ਇੱਕ ਵਰਗ ਵਿੱਚ ਕੀ ਹੁੰਦਾ ਹੈ, ਮੰਨ ਲਓ ABCD ਇੱਕ ਚਤੁਰਭੁਜ ਹੈ ਔਰ ਉਸ ਦਾ ਐਂਗਲ ਇੱਕ ਐਂਗਲ 90 ਡਿਗਰੀ ਦਾ ਹੈ ਤੇ ਚਾਰੇ ਭੁਜਾਵਾਂ ਕੀ ਨੇ, ਬਰਾਬਰ ਹੋਣ। ਲੇਕਿਨ ਆਇਤ ਦੇ ਵਿੱਚ ਕੀ ਉਹਨੇ ਚਾਰੇ ਭੁਜਾਵਾਂ ਬਰਾਬਰ ਹੋਣ ਦੀ ਗੱਲ ਕੀਤੀ, ਨਹੀਂ ਕੀਤੀ। ਸੋ ਆਇਤ ਦੇ ਵਿੱਚ ਸਿਰਫ ਇੱਕ ਐਂਗਲ ਦੀ ਗੱਲ ਕੀਤੀ, ਇੱਕ ਐਂਗਲ 90 ਡਿਗਰੀ ਹੋਵੇ ਤੇ ਉਹ ਸਮਾਂਤਰ ਚਤੁਰਭੁਜ ਹੋਵੇ, ਉਹ ਕੀ ਹੈ, ਆਇਤ ਹੈ। ਠੀਕ ਹੈ। ਨੈਕਸਟ ਹੈ ਇੱਕ ਸਮਚਤੁਰਭੁਜ ਦੇ ਵਿਕਰਨ। ਇੱਕ ਸਮਚਤੁਰਭੁਜ ਦੇ ਵਿਕਰਨ ਇੱਕ ਦੂਜੇ ਤੇ ਲੰਬ ਹੁੰਦੇ ਹਨ। ਮੈਂ ਸਮਾਂਤਰ ਚਤੁਰਭੁਜ ਦੀ ਗੱਲ ਨਹੀਂ ਕਰ ਰਿਹਾ, ਸਮਚਤੁਰਭੁਜ ਦੀ ਗੱਲ ਕਰ ਰਿਹਾ। ਸਮਚਤੁਰਭੁਜ ਮਤਲਬ ਜਿਸ ਦੀਆਂ ਚਾਰੇ ਭੁਜਾਵਾਂ ਕੀ ਹੋਣ, ਬਰਾਬਰ ਹੋਣ, ਚਾਰੇ ਭੁਜਾਵਾਂ ਬਰਾਬਰ ਹੋਣ, ਉਹ ਕੀ ਹੈ, ਸਮਚਤੁਰਭੁਜ ਹੈ। ਦੇ ਵਿਕਰਨ ਮਤਲਬ ਡਾਇਗਨਲ ਨਾ ਦੇ ਲਈਏ ABC ਔਰ D। ਇਹਦਾ ਇੱਕ ਡਾਇਗਨਲ ਕਿਹੜਾ ਹੈ, AD। ਦੂਸਰਾ ਡਾਇਗਨਲ ਕਿਹੜਾ ਹੈ, BD। ਪਹਿਲਾ ਹੈ AC, ਦੂਸਰਾ ਹੈ BD। ਠੀਕ ਹੈ। ਇੱਕ ਦੂਜੇ ਤੇ ਲੰਬ ਹੁੰਦੇ ਨੇ। ਲੰਬ ਕਿਵੇਂ ਹੋਣਗੇ, ਮਤਲਬ ਇੱਕ ਦੂਜੇ ਤੇ 90 ਡਿਗਰੀ ਦਾ ਐਂਗਲ ਬਣਾ ਰਹੇ ਆ। ਦੇਖੋ ਐਂਗਲ 90 ਡਿਗਰੀ ਦਾ ਬਣ ਰਿਹਾ ਕਿ ਨਹੀਂ, ਇਹ ਐਂਗਲ 90 ਡਿਗਰੀ ਦਾ ਹੈ, ਇੱਦਾਂ ਹੀ ਇਹ ਐਂਗਲ 90 ਡਿਗਰੀ ਦਾ ਹੈ, ਇੱਦਾਂ ਹੀ ਇਹ ਐਂਗਲ 90 ਡਿਗਰੀ ਦਾ ਹੈ, ਔਰ ਇਹ ਵੀ ਕੀ ਹੈ, 90 ਡਿਗਰੀ ਦਾ। ਮਤਲਬ ਕੀ ਹੈ, ਇੱਕ ਦੂਜੇ ਤੇ ਲੰਬ ਨੇ, ਇੱਕ ਦੂਜੇ ਤੇ ਪਰਪੈਂਡੀਕੂਲਰ ਨੇ। ਠੀਕ ਹੈ। ਸੋ ਇੱਕ ਸਮਚਤੁਰਭੁਜ ਦੇ ਵਿਕਰਨ ਕੀ ਹੁੰਦੇ ਆ, ਇੱਕ ਦੂਜੇ ਤੇ ਲੰਬ ਹੁੰਦੇ ਆ। ਸੋ ਇਹ ਤੁਸੀਂ ਯਾਦ ਰੱਖਣਾ। ਔਰ ਉਹ ਵਿਕਰਨ ਮੰਨ ਲਓ ਇੱਕ ਡਾਇਗਨਲ ਹੈ, ਇਹ ਵਾਲਾ ਹੀ AC ਡਾਇਗਨਲ ਦੋ ਭਾਗਾਂ ਦੇ ਵਿੱਚ ਵੰਡਦਾ ਹੈ, BD ਮਤਲਬ ਉਸ ਨੂੰ ਸਮਦੁਭਾਜਿਤ ਕਰਦਾ ਹੈ। ਜੋ AO ਹੈ ਔਰ OC ਹੈ, ਉਹ ਕੀ ਕਰਦੇ, ਸਮਚਤੁਰਭੁਜ ਦੇ ਵਿਕਰਨ ਨੂੰ ਇੱਕ ਦੂਜੇ ਤੇ ਸਮਦੁਭਾਜਿਤ ਕਰਦੇ ਆ। ਇਹ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ।
मतलब ਜਦੋਂ ਵੀ ਦੋ ਵਿਕਰਨ ਇੱਕ ਦੂਜੇ ਦੇ ਸਮਾਂਤਰ ਚਤੁਰਭੁਜ ਦੇ ਵਿੱਚ ਖਿੱਚੇ ਜਾਣਗੇ ਤਾਂ ਉਹ ਕੀ ਕਰਨਗੇ, ਇੱਕ ਦੂਜੇ ਨੂੰ ਸਮਦੁਭਾਜਿਤ ਕਰਨਗੇ, ਦੋ ਬਰਾਬਰ ਭਾਗਾਂ ਦੇ ਵਿੱਚ ਵੰਡਣਗੇ। ਠੀਕ ਹੈ। ਨੈਕਸਟ ਹੈ 8ਵੀਂ ਥਿਊਰਮ। 8ਵੀਂ ਥਿਊਰਮ ਕੀ ਕਹਿੰਦੀ ਹੈ, ਨੋਟ ਕਰਨਾ। ਕੋਈ ਚਤੁਰਭੁਜ ਇੱਕ ਸਮਾਂਤਰ ਚਤੁਰਭੁਜ ਹੁੰਦਾ ਹੈ, ਕੋਈ ਚਤੁਰਭੁਜ ਇੱਕ ਸਮਾਂਤਰ ਚਤੁਰਭੁਜ ਹੁੰਦਾ ਹੈ ਜਦੋਂ ਉਸ ਦੀਆਂ ਸਨਮੁਖ ਭੁਜਾਵਾਂ ਦਾ ਇੱਕ ਜੋੜਾ ਬਰਾਬਰ ਹੋਵੇ ਅਤੇ ਸਮਾਂਤਰ ਹੋਵੇ। ਡਰੋ ਕਰਕੇ ਦਿਖਾ ਦਿੰਨਾ। ਇਹ ਇੱਕ ਚਤੁਰਭੁਜ ਹੈ, ਉਹਨੇ ਕੀ ਕਿਹਾ ਹੈ, ਕੋਈ ਚਤੁਰਭੁਜ ਇੱਕ ਸਮਾਂਤਰ ਚਤੁਰਭੁਜ ਹੁੰਦਾ ਹੈ। ਕੋਈ ਵੀ ਚਤੁਰਭੁਜ ਇੱਕ ਸਮਾਂਤਰ ਚਤੁਰਭੁਜ ਕਦੋਂ ਹੁੰਦਾ ਹੈ, ਜਦੋਂ ਉਸ ਦੀਆਂ ਸਨਮੁਖ ਭੁਜਾਵਾਂ ਦਾ ਇੱਕ ਜੋੜਾ। ਸਨਮੁਖ ਭੁਜਾਵਾਂ ਕਿਹੜੀਆਂ ਨੇ, ਏਡੀ ਦੀ ਸਨਮੁਖ ਭੁਜਾ ਕਿਹੜੀ ਹੈ, ਇਹ ਵਾਲੀ। ਇੱਦਾਂ ਹੀ ਡੀਸੀ ਦੀ ਸਨਮੁਖ ਭੁਜਾ ਕਿਹੜੀ ਹੈ, ਇਹ ਵਾਲੀ। ਠੀਕ ਹੈ। ਸਨਮੁਖ ਭੁਜਾਵਾਂ ਦਾ ਇੱਕ ਜੋੜਾ ਕੀ ਹੋਵੇ, ਸਮਾਂਤਰ ਹੋਵੇ, ਉਹ ਕੀ ਹੋਵੇਗੀ, ਸਮਾਂਤਰ ਚਤੁਰਭੁਜ। ਲੇਕਿਨ ਆਪਾਂ ਸਮਲੰਬ ਚਤੁਰਭੁਜ ਦੇ ਵਿੱਚ ਵੀ ਵੇਖਿਆ ਨਾ, ਸਮਲੰਬ ਚਤੁਰਭੁਜ ਨੂੰ ਜਦੋਂ ਆਪਾਂ ਡਰੋ ਕਰਦੇ ਹਾਂ ਉਹ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ ਨਾ ਕਿ ਉਸ ਦਾ ਇੱਕ ਜੋੜਾ ਹੀ ਸਮਾਂਤਰ ਹੁੰਦਾ ਹੈ। ਇੱਕ ਜੋੜਾ ਕੀ ਹੁੰਦਾ ਹੈ, ਪੈਰਲਲ ਹੁੰਦਾ ਹੈ, ਦੂਜਾ ਪੈਰਲਲ ਜੋ ਹੈ ਨਹੀਂ ਹੁੰਦਾ, ਇਹ ਵਾਲਾ। ਕਿਉਂਕਿ ਇਹ ਜਦੋਂ ਆਪਾਂ ਅੱਗੇ ਇਹਨਾਂ ਨੂੰ ਖਿੱਚਦੇ ਹਾਂ ਤੇ ਇਹ ਲਾਈਨਾਂ ਇੱਕ ਐਂਡ ਪੁਆਇੰਟ ਬਿੰਦੂ ਤੇ ਜਾ ਕੇ ਆਪਸ ਦੇ ਵਿੱਚ ਕੱਟਦੀਆਂ ਨੇ। ਲੇਕਿਨ ਇਹ ਵਾਲੀਆਂ ਲਾਈਨਾਂ ਕੀ ਨੇ, ਇੱਕ ਦੂਜੇ ਨੂੰ ਕੱਟਦੀਆਂ ਨਹੀਂ ਗੀਆਂ। ਸੋ ਇਹ ਕੀ ਨੇ, ਇੱਕ ਦੂਜੇ ਦੇ ਸਮਾਂਤਰ ਨੇ। ਇੱਕ ਸਮਲੰਬ ਚਤੁਰਭੁਜ ਸਮਾਂਤਰ ਚਤੁਰਭੁਜ ਹੋ ਸਕਦਾ ਹੈ, ਠੀਕ ਹੈ, ਲੇਕਿਨ ਇੱਕ ਸਮਾਂਤਰ ਚਤੁਰਭੁਜ ਸਮਲੰਬ ਚਤੁਰਭੁਜ ਹੋਏ ਇਹ ਜ਼ਰੂਰੀ ਨਹੀਂ। ਸੋ ਇੱਕ ਕੁਐਸਚਨ ਹੈ ਉਹ ਮੈਂ ਕਰ ਰਿਹਾ। ਇਸ ਤੋਂ ਇਲਾਵਾ ਤੁਹਾਨੂੰ ਇੱਕ ਕੁਐਸਚਨ ਵੀ ਦਿੱਤਾ ਜਾਏਗਾ ਜੋ ਤੁਸੀਂ ਕਰਨਾ ਹੈ ਔਰ ਉਸ ਦਾ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇਣਾ ਹੈ। ਠੀਕ ਹੈ। ਕੁਐਸਚਨ ਹੈ, ਲਿਖ ਰਿਹਾ ਮੈਂ, ਇੱਕ ਚਤੁਰਭੁਜ ਦੇ ਕੋਣ, ਇੱਕ ਚਤੁਰਭੁਜ ਦੇ ਕੋਣ 3:5:9:13 ਦੇ ਅਨੁਪਾਤ ਵਿੱਚ ਹਨ। ਇਸ ਚਤੁਰਭੁਜ ਦੇ ਸਾਰੇ ਕੋਣ ਪਤਾ ਕਰੋ। ਠੀਕ ਹੈ। ਕੁਐਸਚਨ ਕੀ ਹੈ, ਇੱਕ ਚਤੁਰਭੁਜ ਦੇ ਕੋਣ ਕਿਸ ਰੇਸ਼ੋ ਵਿੱਚ ਨੇ, 3:5:9:13 ਦੇ ਵਿੱਚ ਦੇ ਅਨੁਪਾਤ ਵਿੱਚ ਹਨ, ਰੇਸ਼ੋ ਦੇ ਵਿੱਚ ਹਨ। ਇਸ ਚਤੁਰਭੁਜ ਦੇ ਸਾਰੇ ਕੋਣ ਪਤਾ ਕਰਨੇ ਆ। ਸੋ ਆਪਾਂ ਨੂੰ ਕੀ ਦਿੱਤਾ ਹੋਇਆ ਉਸ ਦੇ ਅਕੋਰਡਿੰਗ ਹੀ ਚੱਲਦੇ ਹਾਂ। ਆਪਾਂ ਨੂੰ ਇਹ ਪਤਾ ਹੈ ਕਿ ਚਤੁਰਭੁਜ ਦੇ ਚਾਰੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ, 360 ਡਿਗਰੀ। ਸੋ ਆਪਾਂ ਰੇਸ਼ੋ ਨੂੰ ਲੈ ਕੇ ਚੱਲਦੇ ਹਾਂ, 3x + 5x + 9x + 13x। ਜਦੋਂ ਇਹਨਾਂ ਨੂੰ ਤੁਸੀਂ ਜੋੜ ਕਰਦੇ ਹੋ ਤਾਂ ਆਪਣੇ ਕੋਲ ਕੀ ਆਉਂਦਾ ਹੈ, 30x। 30x ਤੋਂ ਤੁਸੀਂ x ਦੀ ਵੈਲਿਊ ਕੱਢ ਲੋਗੇ, 360/30, ਤਾਂ x ਦੀ ਵੈਲਿਊ ਕਿੰਨੀ ਆ ਗਈ, 12। ਠੀਕ ਹੈ। ਜਦੋਂ x ਦੀ ਵੈਲਿਊ 12 ਨੂੰ 3x ਨਾਲ ਗੁਣਾ ਕਰੋਗੇ ਤਾਂ ਪਹਿਲਾ ਐਂਗਲ ਕਿੰਨਾ ਆਏਗਾ, 36 ਡਿਗਰੀ। ਜਦੋਂ 5 ਨਾਲ ਗੁਣਾ ਕਰੋਗੇ ਤਾਂ 60 ਡਿਗਰੀ। ਠੀਕ ਹੈ। ਇੱਦਾਂ ਹੀ ਜਦੋਂ 9 ਨਾਲ ਗੁਣਾ ਕਰੋਗੇ 12 ਨੂੰ ਔਰ 13 ਨਾਲ, ਤਾਂ ਇਹ ਸਾਰੇ ਕੋਣ ਮਿਲਾ ਕੇ ਜਦੋਂ ਉਹਨਾਂ ਦਾ ਜੋੜ ਕਰੋਗੇ ਤਾਂ 360 ਡਿਗਰੀ ਆ ਜਾਏਗਾ। ਠੀਕ ਹੈ। ਇਹ ਐਂਗਲ ਕੀ ਹੋਣਗੇ, ਆਪਣਾ ਆਨਸਰ ਹੋਣਗੇ। ਇਹ ਐਂਗਲ ਕੀ ਹੋਣਗੇ, ਆਪਣਾ ਆਨਸਰ ਹੋਣਗੇ। ਪਹਿਲਾ ਐਂਗਲ ਆਪਣੇ ਕੋਲ ਕਿੰਨਾ ਆਉਂਦਾ, 36 ਡਿਗਰੀ, ਕਿਉਂਕਿ ਕੀ ਰੇਸ਼ੋ ਦਿੱਤੀ ਹੋਈ ਹੈ, 3:5:9 ਔਰ 13 x ਦੀ ਵੈਲਿਊ ਆਪਾਂ ਨੂੰ ਪਤਾ ਹੈ 12 ਹੈ। ਠੀਕ ਹੈ। 3x ਨਾਲ ਗੁਣਾ ਕਰਾਂਗੇ, 3 ਨੂੰ x ਦੀ ਵੈਲਿਊ ਨਾਲ ਗੁਣਾ ਕਰਾਂਗੇ 12 ਨਾਲ, ਤਾਂ ਆਪਣੇ ਕੋਲ ਪਹਿਲਾ ਐਂਗਲ ਆ ਗਿਆ 36। ਇਵੇਂ ਹੀ 5x, 5 ਨੂੰ 12 ਨਾਲ ਗੁਣਾ ਕਰਾਂਗੇ ਤਾਂ 60। 9x, 9 ਨੂੰ 12 ਨਾਲ ਗੁਣਾ ਕਰਾਂਗੇ ਤਾਂ 108, 108 ਡਿਗਰੀ। ਠੀਕ ਹੈ। ਇਵੇਂ ਹੀ 13x ਨੂੰ ਗੁਣਾ ਕਰਾਂਗੇ, 13 ਗੁਣਾ 12, ਤਾਂ ਕਿੰਨਾ ਐਂਗਲ ਆ ਗਿਆ, 156 ਡਿਗਰੀ। ਠੀਕ ਹੈ। ਜਦੋਂ ਇਸ ਨੂੰ ਤੁਸੀਂ ਜੋੜ ਕਰਦੇ ਹੋ ਇਹ ਚਾਰੇ ਐਂਗਲਾਂ ਨੂੰ ਤਾਂ ਕਿੰਨਾ ਬਣਦਾ, 360 ਡਿਗਰੀ। ਕਿੰਨਾ ਬਣਦਾ, 360 ਡਿਗਰੀ। ਠੀਕ ਹੈ। ਸੋ ਇੱਕ ਕੁਝ ਦੋ ਥਿਊਰਮਾਂ ਨੇ, ਦੋ ਜੋ ਤ੍ਰਿਭੁਜ ਨਾਲ ਰਿਲੇਟਿਡ ਨੇ। ਸੋ ਤ੍ਰਿਭੁਜ ਵਾਲੇ ਚੈਪਟਰ ਵਿੱਚ ਰਹਿ ਗਈਆਂ ਸੀ।
ਹੈਗੀਆਂ ਤਾਂ ਇਹ ਚਤੁਰਭੁਜ ਵਾਲੇ ਚੈਪਟਰ ਦੇ ਵਿੱਚ ਨੇ, ਲੇਕਿਨ ਨੋਟ ਕਰ ਲਿਓ ਕਿਉਂਕਿ ਇਹ ਚਤੁਰਭੁਜ ਨਾਲ ਰਿਲੇਟ ਕਰਦੀਆਂ। ਸੋ ਕੀ ਹੈ ਥਿਊਰਮ, ਨੋਟ ਕਰ ਲੈਣਾ। ਕਿਸੇ ਤ੍ਰਿਭੁਜ ਦੀਆਂ ਕਿਸੇ ਦੋ ਭੁਜਾਵਾਂ, ਕਿਸੇ ਤ੍ਰਿਭੁਜ ਦੀਆਂ, ਕਿਉਂਕਿ ਇਹ ਥਿਊਰਮ ਦਾ ਨਾਮ ਹੈ ਮੱਧ ਬਿੰਦੂ ਥਿਊਰਮ। ਇਹ ਦੋ ਜੋ ਥਿਊਰਮਾਂ ਹੋਣਗੀਆਂ ਉਹਨਾਂ ਦਾ ਨਾਮ ਹੈ ਮੱਧ ਬਿੰਦੂ ਥਿਊਰਮ। ਇਸ ਨੂੰ ਤੁਸੀਂ ਨੋਟ ਕਰ ਲੈਣਾ। ਦੋ ਥਿਊਰਮਾਂ ਨੇ। ਪਹਿਲੀ ਥਿਊਰਮ ਹੈ ਕਿਸੇ ਤ੍ਰਿਭੁਜ ਦੀਆਂ ਕਿਸੇ ਦੋ ਭੁਜਾਵਾਂ ਦੇ ਮੱਧ ਬਿੰਦੂ ਨੂੰ ਮਿਲਾਉਣ ਵਾਲਾ ਰੇਖਾਖੰਡ ਤੀਜੀ ਭੁਜਾ ਦੇ ਸਮਾਂਤਰ ਹੁੰਦਾ ਹੈ। ਰਿਪੀਟ ਕਰ ਰਿਹਾ, ਕਿਸੇ ਤ੍ਰਿਭੁਜ ਦੀਆਂ ਕਿਸੇ ਦੋ ਭੁਜਾਵਾਂ ਦੇ ਮੱਧ ਬਿੰਦੂਆਂ ਨੂੰ ਮਿਲਾਉਣ ਵਾਲਾ ਰੇਖਾਖੰਡ ਤੀਜੀ ਭੁਜਾ ਦੇ ਸਮਾਂਤਰ ਹੁੰਦਾ ਹੈ। ਔਰ ਦੂਸਰੀ ਥਿਊਰਮ ਹੈ ਉਹ ਕਿਹੜੀ ਹੈ, ਉਹ ਵੀ ਨੋਟ ਕਰ ਲਓ, ਫਿਰ ਮੈਂ ਡਰੋ ਕਰਕੇ ਦੋਵਾਂ ਨੂੰ ਕਲੀਅਰ ਕਰ ਦਾਂਗਾ ਕਿ ਕਿਵੇਂ ਆਏ। ਦੂਸਰੀ ਥਿਊਰਮ ਨੋਟ ਕਰ ਲਓ, ਥੋੜਾ ਜਿਹਾ ਸਪੇਸ ਛੱਡ ਦੇਣਾ ਕਿਉਂਕਿ ਫਿਗਰ ਡਰੋ ਕਰਨੀ ਪਏਗੀ ਤੁਹਾਨੂੰ ਤਾਂ ਕਿ ਕਲੀਅਰ ਹੋ ਜਾਏ ਇਹ ਟੌਪਿਕ। ਦੂਸਰੀ ਥਿਊਰਮ ਹੈ ਕਿਸੇ ਤ੍ਰਿਭੁਜ ਦੀ ਇੱਕ ਭੁਜਾ ਦੇ ਮੱਧ ਬਿੰਦੂ ਤੋਂ ਦੂਜੀ ਭੁਜਾ ਦੇ ਸਮਾਂਤਰ ਖਿੱਚੀ ਗਈ ਰੇਖਾ ਤੀਜੀ ਭੁਜਾ ਨੂੰ ਸਮਦੁਭਾਜਿਤ ਕਰਦੀ ਹੈ। ਮੈਂ ਰਿਪੀਟ ਕਰ ਰਿਹਾ, ਕਿਸੇ ਤ੍ਰਿਭੁਜ ਦੀ ਇੱਕ ਭੁਜਾ ਦੇ ਮੱਧ ਬਿੰਦੂ ਤੋਂ ਦੂਜੀ ਭੁਜਾ ਦੇ ਸਮਾਂਤਰ ਖਿੱਚੀ ਗਈ ਰੇਖਾ ਤੀਜੀ ਭੁਜਾ ਨੂੰ ਸਮਦੁਭਾਜਿਤ ਕਰਦੀ ਹੈ। ਸੋ ਇਹਨਾਂ ਦੋਵਾਂ ਥਿਊਰਮਾਂ ਨੂੰ ਆਪਾਂ ਹੁਣ ਬਾਏ ਫਿਗਰ ਦੇਖਦੇ ਹਾਂ ਕਿ ਇਹ ਕਿਵੇਂ ਨੇ। ਪਹਿਲੀ ਥਿਊਰਮ ਦੇ ਅਕੋਰਡਿੰਗ ਮੱਧ ਬਿੰਦੂ ਦੀ ਪਹਿਲੀ ਥਿਊਰਮ ਕੀ ਕਿਹਾ ਗਿਆ ਹੈ, ਕਿਸੇ ਤ੍ਰਿਭੁਜ ਦੀਆਂ, ਕਿਸੇ ਤ੍ਰਿਭੁਜ ਦੀ ਗੱਲ ਕਰ ਰਿਹਾ ਤਾਂ ਤ੍ਰਿਭੁਜ ਤਾਂ ਡਰੋ ਕਰਨਾ ਹੀ ਪਏਗਾ ਨਾ। ਮੰਨ ਲਓ ਇਹ ਤ੍ਰਿਭੁਜ ਹੈ A B ਔਰ C, ਠੀਕ ਹੈ। ਕਿਸੇ ਤ੍ਰਿਭੁਜ ਦੀਆਂ ਕਿਸੇ ਦੋ ਭੁਜਾਵਾਂ ਦੇ ਮੱਧ ਬਿੰਦੂ ਦੋ ਭੁਜਾਵਾਂ ਦੇ ਮੱਧ ਬਿੰਦੂ, ਹੁਣ ਦੋ ਭੁਜਾਵਾਂ ਆ ਲੈ ਲਈਏ ਔਰ A ਵਾਲੀ ਲੈ ਲਈਏ। ਮੱਧ ਬਿੰਦੂ ਇਹਨਾਂ ਦਾ A ਵਾਲਾ ਮੱਧ ਬਿੰਦੂ ਹੈ AB ਦਾ ਔਰ A ਵਾਲਾ AC ਦਾ ਮੱਧ ਬਿੰਦੂ ਹੈ। ਮੱਧ ਬਿੰਦੂਆਂ ਨੂੰ ਮਿਲਾਉਣ ਵਾਲੀ ਰੇਖਾ, ਹੁਣ ਮੱਧ ਬਿੰਦੂਆਂ ਨੂੰ ਮਿਲਾਉਣ ਵਾਲੀ ਰੇਖਾ ਇਹ ਹੈ, ਠੀਕ ਹੈ। ਰੇਖਾਖੰਡ ਤੀਜੀ ਭੁਜਾ ਦੇ ਸਮਾਂਤਰ ਹੁੰਦੀ ਹੈ। ਰੇਖਾਖੰਡ ਤੀਜੀ ਭੁਜਾ ਦੇ ਸਮਾਂਤਰ ਹੁੰਦੀ ਹੈ। ਤੀਜੀ ਭੁਜਾ ਕਿਹੜੀ ਰਹਿ ਗਈ, ਇਹ ਵਾਲੀ ਰਹਿ ਗਈ ਨਾ। ਸੋ ਇਹ ਭੁਜਾ ਇਸ ਦੇ ਸਮਾਂਤਰ ਹੈ ਜਾਂ ਨਹੀਂ ਹੈ ਨਾ, ਸਮਾਂਤਰ। ਮੰਨ ਲਓ ਇਸ ਨੂੰ ਆਪਾਂ E ਔਰ F ਨਾਮ ਦੇਤਾ। EF ਜੋ ਹੈ BC ਦੇ ਸਮਾਂਤਰ ਹੈ, ਠੀਕ ਹੈ। ਸੋ ਇਹ ਸਪਸ਼ਟ ਹੋ ਗਿਆ ਨਾ ਥਿਊਰਮ ਤੋਂ। ਸੋ EF ਇਜ਼ ਪੈਰਲਲ ਟੂ BC, ਓਕੇ। ਦੂਸਰੀ ਥਿਊਰਮ ਦੇ ਵਿੱਚ ਕੀ ਕਿਹਾ ਗਿਆ, ਕਿਸੇ ਤ੍ਰਿਭੁਜ ਦੀ ਇੱਕ ਭੁਜਾ, ਤ੍ਰਿਭੁਜ ਦੀ ਗੱਲ ਕਰ ਰਿਹਾ ਤਾਂ ਟ੍ਰਾਇੰਗਲ ਡਰੋ ਕਰ ਲਓ। ਕਿਸੇ ਤ੍ਰਿਭੁਜ ਦੀ ਇੱਕ ਭੁਜਾ ਦਾ ਮੱਧ ਬਿੰਦੂ, ਤ੍ਰਿਭੁਜ ਦੀ ਇੱਕ ਭੁਜਾ ਦਾ ਮੱਧ ਬਿੰਦੂ, ਇਹ ਟ੍ਰਾਇੰਗਲ ABC ਹੈ। ਇੱਕ ਭੁਜਾ ਦਾ ਮੱਧ ਬਿੰਦੂ ਮੰਨ ਲਓ ਇਹ ਹੈ, E ਲੈ ਲਿਆ ਇਸ ਨੂੰ, ਠੀਕ ਹੈ। ਮੱਧ ਬਿੰਦੂ ਤੋਂ ਦੂਜੀ ਭੁਜਾ ਦੇ ਸਮਾਂਤਰ ਖਿੱਚੀ ਗਈ ਰੇਖਾ, ਮੱਧ ਬਿੰਦੂ ਤੋਂ ਦੂਜੀ ਭੁਜਾ ਦੇ ਸਮਾਂਤਰ ਖਿੱਚੀ ਗਈ ਰੇਖਾ, ਦੂਜੀ ਭੁਜਾ ਇਹ ਵਾਲੀ ਹੈ, ਇਹਦੇ ਸਮਾਂਤਰ ਇੱਕ ਰੇਖਾ ਖਿੱਚੀ ਹੈ, ਤੀਜੀ ਭੁਜਾ ਨੂੰ ਸਮਦੁਭਾਜਿਤ ਕਰਦੀ ਹੈ। ਹੁਣ ਤੀਜੀ ਭੁਜਾ ਕਿਹੜੀ ਹੈ, AC ਤੀਜੀ ਭੁਜਾ ਹੈ, ਉਸ ਨੂੰ ਕੀ ਕਰ ਰਹੀ ਹੈ, ਸਮਦੁਭਾਜਿਤ ਕਰ ਰਹੀ ਹੈ, ਮਤਲਬ ਦੋ ਬਰਾਬਰ ਭਾਗਾਂ ਵਿੱਚ ਵੰਡ ਰਹੀ ਹੈ, ਓਕੇ। ਸੋ ਇਹ ਚੀਜ਼ ਸਪਸ਼ਟ ਹੈ। ਸੋ ਇਹ ਚੈਪਟਰ ਜੋ ਹੈ ਇੱਥੇ ਹੀ ਖ਼ਤਮ ਹੁੰਦਾ ਹੈ। ਇਹ ਥਿਊਰਮਾਂ ਨੂੰ ਤੁਸੀਂ ਨੋਟ ਕਰ ਲਓ, ਚੈਪਟਰ ਨੂੰ ਰਿਵਾਈਜ਼ ਕਰਕੇ ਦੇਖ ਸਕਦੇ ਹੋ ਅੱਜ, ਠੀਕ ਹੈ, ਓਕੇ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਨੈਕਸਟ ਆਪਾਂ ਜ਼ਿਆਦਾ ਚੈਪਟਰ ਕਰਾਂਗੇ ਟ੍ਰਾਇੰਗਲ ਪਾਰਟ 2, ਨਹੀਂ ਤਾਂ ਸਮਾਂਤਰ ਚਤੁਰਭੁਜ ਅਤੇ ਤ੍ਰਿਭੁਜਾਂ ਦਾ ਖੇਤਰਫਲ ਜੋ ਹੈ ਡਿਸਕਸ ਕੀਤਾ ਜਾਏਗਾ। ਸੋ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਬਾਕਸ ਦੇ ਵਿੱਚ ਆਪਣੇ ਰਿਵਿਊ ਦਿਓ ਕਿਵੇਂ ਵੀਡੀਓ ਲੱਗੀ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।